सतनाम वाहिगुरु साहिब जीओ। तू सुल्तान कहाँ होमिया, तेरी कवन वडाई। जो तू दे सो कहाँ सुअमी, मैं मूरख कहन ना जाई। जो तू दे सो कहाँ सुअमी, मैं मूरख कहन ना जाई। ਸਾਹਿਬਾਂ ਦੀ ਸੁੱਖਾਂ ਭਰੀ ਗੋਦ ਵਿੱਚ ਬੈਠ ਆਤਮਿਕ ਆਨੰਦ ਮਾਣ ਰਹੇ ਸਤ ਸੰਗੀ ਪਿਆਰਿਓ। ਗੁਰਮੁਖ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ ਭੱਲੜਵਾਲ, ਉਹਨਾਂ ਦੇ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਦਾਤਾ ਮਿਹਰ ਕਰੇ ਸਾਡਾ ਪਿਆਰ ਬਣ ਜਾਏ ਤੇ ਕਿਰਦਾਰ ਬਣ ਜਾਏ। ਕਰੋ ਕਿਰਪਾ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਆਪ ਸਮੁੱਚੀ ਸੰਗਤ ਨੂੰ ਤੇ ਮਾਨਵਤਾ ਨੂੰ ਬਹੁਤ ਬਹੁਤ ਵਾਰੀ ਵਧਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਇੱਕ ਵਿਲੱਖਣ ਦਰਜਾ ਰੱਖਦਾ ਹੈ, ਵੱਖਰੀ ਥਾਂ ਰੱਖਦਾ ਹੈ। ਸਿੱਖ ਕੌਮ ਦੇ ਕੋਲ ਦੋ ਚੀਜ਼ਾਂ ਨੇ, ਇੱਕ ਗੁਰੂ ਗ੍ਰੰਥ ਸਾਹਿਬ ਤੇ ਦੂਜਾ ਪੰਥ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉੱਥੇ ਹੋਈ ਜਿੱਥੇ ਪੰਥ ਦਾ ਪ੍ਰਕਾਸ਼ ਹੋਇਆ। ਦੋਵੇਂ ਚੀਜ਼ਾਂ ਜ਼ਰੂਰੀ ਨੇ। ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ। ਉਹਨਾਂ ਦੀ ਸੋਚ ਵਿੱਚੋਂ ਪੰਥ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਸਭ ਤੋਂ ਛੋਟੀ ਔਲਾਦ ਹੈ। ਜਦੋਂ ਪ੍ਰਕਾਸ਼ ਹੋਇਆ ਤੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਦੇ ਵਿੱਚੋਂ ਕੀਰਤਨ ਆਸਾ ਕੀ ਵਾਰ ਦਾ ਸੁਣ ਕੇ ਬਾਹਰ ਨਿਕਲੇ ਤੇ ਸੰਗਤ ਨੇ ਵਧਾਈ ਦਿੱਤੀ। ਜਦੋਂ ਸੰਗਤ ਨੇ ਵਧਾਈ ਦਿੱਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਸ਼ੁਕਰ ਕੀਤਾ, ਰੱਬ ਦਾ ਅਰਦਾਸ ਕੀਤੀ, ਸਤਿਗੁਰੂ ਜਿਹੜਾ ਬੱਚਾ ਦਾ ਬਖਸ਼ਿਸ਼ ਕੀਤੀ ਹੈ ਮਨੁੱਖਤਾ ਦੇ, ਗੁਰੂ ਦੇ, ਰੱਬ ਦੇ ਕੰਮ ਆ ਸਕੇ, ਇਹਦੀ ਜ਼ਿੰਦਗੀ ਇਹੋ ਜਿਹੀ ਹੋਵੇ। ਗੁਰੂ ਅਸੀਸ ਦਿੰਦਾ ਹੈ। ਔਰ ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੀ ਉਸ ਘਰ 'ਚ ਹੋਇਆ ਸੀ ਜਿਸ ਘਰ 'ਚ ਪਹਿਲਾਂ ਰਹਿਸ਼ ਗੁਰੂ ਰਾਮਦਾਸ ਜੀ ਨੇ ਰੱਖੀ। ਉੱਥੇ ਹੀ ਰਹਿਸ਼ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਰੱਖੀ। ਉੱਥੇ ਹੀ ਰਹਿਸ਼ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ। ਉਹਨੂੰ ਅਸੀਂ ਗੁਰੂ ਕੇ ਮਹਿਲ ਕਰਕੇ ਯਾਦ ਕਰਨੀ ਹੈ। ਇੱਕ ਵਾਰੀ ਮੈਂ ਤੁਹਾਡੇ ਸਾਹਮਣੇ ਹਾਲਾਤ ਹੋਰ ਰੱਖਣੇ ਚਾਹੁੰਦਾ, ਫਿਰ ਆਪਾਂ ਗੱਲ ਅੱਗੇ ਤੋਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਵੀ ਇੱਕ ਵੱਖਰੀ ਅਜੀਬ ਕਿਸਮ ਦੀ ਘਟਨਾ ਹੈ। ਤੁਸੀਂ ਦੇਖੋਗੇ, ਜੇ ਤੁਹਾਨੂੰ ਥੋੜਾ ਜਿਹਾ ਵੀ ਚੇਤੇ ਹੋਏਗਾ, 1621 ਵਿੱਚ ਪ੍ਰਕਾਸ਼ ਹੋਇਆ ਤੇ 1604 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਹੋਇਆ। 1609 ਵਿੱਚ ਅਕਾਲ ਤਖ਼ਤ ਸਾਹਿਬ ਬਣ ਚੁੱਕਾ ਹੋਇਆ। 1606 ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋ ਚੁੱਕੀ ਹੋਈ ਹੈ। ਸ਼ਹੀਦੀ ਦੀਆਂ ਕਥਾਵਾਂ ਚੱਲ ਰਹੀਆਂ ਨੇ। ਦਰਬਾਰ ਸਾਹਿਬ 'ਤੇ ਨਵਾਂ ਪ੍ਰਕਾਸ਼ ਹੋਇਆ, ਕੋਈ ਬਹੁਤਾ ਲੰਮਾ ਸਮਾਂ ਨਹੀਂ ਸੀ ਹੋਇਆ। ਸਿੱਖ ਸੰਗਤਾਂ ਦਾ ਆਉਣਾ ਜਾਣਾ, ਕੀਰਤਨ ਹੋਣਾ, ਇੱਕ ਵੱਖਰੀ ਕਿਸਮ ਦਾ ਮਾਹੌਲ ਹੈ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ 2 ਕਿਰਪਾਨਾਂ ਪਹਿਨ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ
पंथ नूं एक नवीं सेध देण दी गल शुरू की हुई है। अपने पिता जी की उंगल पकड़ के गुरु तेग बहादुर साहब पहला दरबार साहब जाते ने, कथा कीर्तन सुनते ने, अकाल तख्त साहब ते आउंदे ने, अपने दादे की शहीदी दियां, अपने परदादे की शहीदी दियां गाथावां सुनते हैं। ओह जिहा माहौल सिरजिया होया, कन्नां च गुरबाणी पैंदी है, गुरमतियां लोरियां पैंदियां ने, हर पासे एक इहो जिहा माहौल सिरजिया होया। अगली गल साझी करा, शायद तुहाडे चेते विच होवेगा, गुरु तेग बहादुर साहब जी के बचपन विच सिख जगत विच मौतां बड़ियां होईयां ने। अजकल आपां देखने जदों बहुतियां मौतां होण ते बंदा कुरला उठदा है। तुसीं कदे ख्याल करके देखियो, 1628 विच माता गंगा जी वो चढ़ाई की। माता गंगा जी कौन ने? गुरु अर्जन पातशाह दे महल। गुरु अर्जन पातशाह जी कौन ने? उन्होंने दादी जी, गुरु तेग बहादुर साहब जी के दादी जी, क्योंकि गुरु अर्जन पातशाह जी ते उन्हों का अगे पिता ने गुरु हरगोबिंद साहब जी ते गुरु तेग बहादुर साहब जी। दादी कोल बैठ के गुरु नानक साहब तो लैके गुरु अर्जन पातशाह जी महाराज तक दियां सुनिया हुई गाथावां 1628 विच वो चढ़ाई करके असर होया। फिर भाई गुरदास जी चढ़ाई करते हैं, बाबा बुढ़ा जी चढ़ाई करते हैं, भाई गुरदित्ता जी चढ़ाई करते हैं, बाबा अटल राय जी चढ़ाई करते हैं। 5 मौतां उस भाई की डरौली होंदियां ने। माता दमोदरी चढ़ाई करती है, माता रामो चढ़ाई करती है, गुरु हरगोबिंद साहब के सस ते सहुरा चढ़ाई करते हैं। चारे पासे मौतां का माहौल है। गुरु तेग बहादुर साहब जी के उत्ते ये वक्त भी वेखण नूं मिलिया, इहो जी हालात बने। उस तो अगे चलीए, थोड़ी जी उम्र वडेरी हुई ते धन गुरु तेग बहादुर साहब सच्चे पातशाह की शादी हुई करतारपुर साहब। ये करतारपुर साहब दो ने साडे कोल। करतारपुर साहब एक पाकिस्तान विच है, एक जलंधर के लागे है। जिहड़ा जलंधर के लागे करतारपुर साहब है, ये गुरु अर्जन पातशाह ने बसाया होया। ते इत्थे ही इस करतारपुर साहब दे विच मैं खलारा ज़्यादा पाउणा है ते तुसीं नाल नाल तुरे रहो। एक अंबाणे के लागे लखनौर, असल विच मां गुजरी का पिंड ये है लखनौर। लखनौर विच भाई लाल चंद रहंदे सी। इहदे 2 पुत्त ने, एक का नाम है मेहर चंद, एक का नाम है कृपाल चंद। लाल चंद पिता कृपाल चंद नूं ते मां गुजरी नूं लेके अपने परिवार नूं लेके एक करतारपुर साहब आ गए। मेहर चंद पिछे ही रहा, वो लखनऊ है। जदों इत्थे आ गए तो गुरु तेग बहादुर साहब भी हुण इत्थे करतारपुर साहब आउंदे रहिंदे सन, 6वें पातशाह भी आउंदे रहिंदे सन। लाल चंद ने बेनती की गुरु हरगोबिंद साहब नूं, सच्चे पातशाह जिवें इहदा सादगी वाला सुभाव गुरु तेग बहादुर साहब जी दा है, मेरी बच्ची का सुभाव बहुत सादगी वाला है। लोग वेखते ने भी मेरी धी किसी अमीर घराने ब्याही जाए, पर मैनू लगता है जिमें की सादगी तेग बहादुर साहब दे विच है, उवें की सादगी गुजरी विच है। जे तुसीं ये रिश्ता कबूल करो। गुरु हरगोबिंद साहब जी ने रिश्ता कबूल किया। चेते रखो जो 1633 विच गुरु तेग बहादुर साहब की शादी हुई करतारपुर साहब दे विच। ये सानू अगे भी लोड़ पैनी है 1633 की, चेते विच रख लो। इसे ही करतारपुर साहब दे विच 1635 विच एक जंग लड़िया गया। उस जंग दे विच गुरु तेग बहादुर साहब जी ने बड़ी डट के बहादुरी दिखाई, बहुत डट के। लोगों ने यूं लगता सी पर जिहड़ा 2 तेगा पहनण वाले दा पुत्त होवे, जिहड़ा अकाल तख्त ते अपने दादे दीयां कथावां सुणदा होवे, शहादत दीयां, शहीदी विरसा होवे जिहड़ा, उहदे जीवन में किवें कमी हो सकती सी। तो गुरु तेग बहादुर साहब जी के कोल दोवें चीज़ां सन। दरबार साहब जांदे सी, शांत सुभाव हो जाता सी। जदों अकाल तख्त साहब ते आके वारां सुनते सी,
ਜੋਸ਼ੀਲਾਪਣ ਪੈਦਾ ਹੋ ਜਾਂਦਾ ਸੀ। ਉਹਨਾਂ ਦੇ ਜੀਵਨ ਵਿੱਚ ਦੋਵੇਂ ਚੀਜ਼ਾਂ ਨੇ। ਉਹਨਾਂ ਦੇ ਜੀਵਨ ਵਿੱਚ ਭਗਤੀ ਵੀ ਹੈ, ਸ਼ਕਤੀ ਵੀ ਹੈ। ਉਹਨਾਂ ਦੇ ਜੀਵਨ ਵਿੱਚ ਪਰਉਪਕਾਰ ਕਰਨ ਵਾਲੀ ਭਾਵਨਾ ਵੀ ਹੈ, ਕਿਉਂਕਿ 6ਵੇਂ ਪਾਤਸ਼ਾਹ ਦੇ ਬਾਰੇ 'ਚ ਭਾਈ ਗੁਰਦਾਸ ਜੀ ਆਖਦੇ ਨੇ, ਵੱਡ ਯੋਧਾ ਬਹੁ ਪਰਉਪਕਾਰੀ, ਨਾਲ ਪਰਉਪਕਾਰੀ ਵੀ ਹੈ। ਤਾਂ ਪੈਂਦੇ ਖਾਂ ਦੇ ਨਾਲ ਜਿਹੜਾ 1635 ਵਿੱਚ ਜੰਗ ਲੜਿਆ ਗਿਆ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਡਟ ਕੇ ਤੇਗ ਪਾਈ। 13 ਸਾਲ ਦੀ ਉਮਰ ਹੋਵੇ, ਇੰਨੀ ਵਧੀਆ ਤੇਗ ਪਾਈ ਹੋਵੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਦੀਵਾਨ ਲਾਇਆ, ਸਿੱਖ ਸੰਗਤਾਂ ਦੇ ਸਨਮਾਨ ਕੀਤੇ, ਯੋਧਿਆਂ ਦੇ ਸਨਮਾਨ ਕੀਤੇ, ਉਦੋਂ ਆਪਣੇ ਵੀ 13 ਸਾਲ ਦੇ ਪੁੱਤ ਦੇ ਸਨਮਾਨ ਕੀਤਾ। ਉਦੋਂ ਆਪਣੇ ਪੁੱਤ ਦਾ ਵੀ ਸਨਮਾਨ ਕੀਤਾ। ਉਹਨੂੰ ਆਖਣ ਲੱਗੇ, ਕਹਿਣ ਲੱਗੇ, ਪੁੱਤ ਮੈਂ ਤੈਨੂੰ ਤਿਆਗਮੱਲ ਕਹਿੰਦਾ ਸੀ, ਪਰ ਅੱਜ ਮੇਰਾ ਜੀ ਕਰਦਾ ਮੈਂ ਤੈਨੂੰ ਤੇਗ ਬਹਾਦਰ ਕਹਾਂ। ਤੂੰ ਤੇਗ ਦਾ ਧਨੀ ਹੈ। ਅੱਜ ਮੇਰੇ ਕੋਲ ਵਕਤ ਨਹੀਂ, ਮੈਂ ਕਦੇ ਫਿਰ ਵਕਤ ਬਣਿਆ ਤੁਹਾਡੇ ਨਾਲ ਸਾਂਝ ਪਾਵਾਂਗਾ। ਸਾਡੇ ਘਰ 'ਚ ਨਾਂ ਰੱਖਣ ਦੀ ਪ੍ਰਥਾ ਵੀ ਵੱਖਰੀ ਕਿਸਮ ਦੀ ਹੈ, ਉਹ ਕਦੇ ਫਿਰ ਵਕਤ ਬਣਿਆ ਸਾਂਝ ਪਾਵਾਂਗਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਡਟ ਕੇ ਤੇਗ ਪਾਈ। ਉਸ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਕੀਰਤਪੁਰ ਸਾਹਿਬ ਆ ਗਏ, ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਕੀਰਤਪੁਰ ਸਾਹਿਬ ਆ ਗਏ। ਇੱਕ ਪਲ ਮੈਂ ਰੁਕਣ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਟੋਟਲੀ ਜਿਹੜੀ ਉਮਰ ਹੈ ਉਹ 54 ਸਾਲ ਹੈ, 54। ਪਹਿਲੇ 23 ਸਾਲ ਗੁਰੂ ਕੋਲ ਗੁਜ਼ਰੇ, 20 ਸਾਲ ਬਾਬੇ ਬਕਾਲੇ ਤੇ ਪ੍ਰਚਾਰ ਦੇ ਵਿੱਚ ਗੁਜ਼ਰਨੇ ਨੇ, ਅੱਗੇ ਜਾ ਕੇ ਜ਼ਿਕਰ ਕਰਨਾ। 23 ਤੇ 20 43, 11 ਸਾਲ ਉਹਨਾਂ ਨੇ ਗੁਰਗੱਦੀ ਦੀ ਸੇਵਾ ਨਿਭਾਈ ਹੈ। 1664 ਵਿੱਚ ਗੁਰਗੱਦੀ ਮਿਲਦੀ ਹੈ, 1675 ਵਿੱਚ ਸ਼ਹਾਦਤ ਹੋ ਜਾਂਦੀ। 3 ਪੱਖ ਨੇ ਉਹਨਾਂ ਦੀ ਜ਼ਿੰਦਗੀ ਦੇ। 23 ਸਾਲ ਗੁਰੂ ਕੋਲ, 20 ਸਾਲ ਬਾਬੇ ਬਕਾਲੇ ਦਾ ਵਕਤ ਤੇ ਪ੍ਰਚਾਰ ਦਾ, ਤੇ 11 ਸਾਲ ਗੁਰਗੱਦੀ ਦਾ ਵਕਤ ਹੈ। 54 ਸਾਲ ਦੀ ਸਾਰੀ ਉਮਰ ਉਹਨਾਂ ਦੀ ਸਰੀਰਕ ਹਯਾਤੀ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਉਹਨਾਂ ਨੇ ਪਹਿਲੇ 23 ਸਾਲ ਉੱਥੇ ਰਹਿ ਕੇ ਸੇਵਾ ਕੀਤੀ, ਪ੍ਰਚਾਰ ਵਿੱਚ ਜਾਂਦੇ ਰਹੇ। ਤੇ ਇਹਦੇ ਦਰਮਿਆਨ 1644 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੰਦੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਚਾਚੇ ਲੱਗਦੇ ਨੇ, ਮੈਂ ਸਾਰੀਆਂ ਗੱਲਾਂ ਫੋੜ ਨਹੀਂ ਸਕਾਂਗਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤ ਦਾ ਨਾਂ ਹੈ ਗੁਰਦਿੱਤਾ, ਬਾਬਾ ਗੁਰਦਿੱਤਾ। ਬਾਬੇ ਗੁਰਦਿੱਤੇ ਦਾ ਪੁੱਤ ਹੈ ਗੁਰੂ ਹਰਿਰਾਏ ਸਾਹਿਬ ਜੀ, ਤੇ ਉਹਦਾ ਛੋਟਾ ਭਰਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਭਰਾ ਦੇ ਪੁੱਤ ਨੂੰ ਭਤੀਜਾ ਕਹਿੰਦੇ ਨੇ, ਚਾਚਾ ਸਮਝ ਸੌਖਾ ਜਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ, ਸਤਿਗੁਰੂ ਭਤੀਜਾ ਗੁਰਗੱਦੀ ਤੇ ਵਿਰਾਜਮਾਨ ਹੈ, ਮੇਰੇ ਪ੍ਰਤੀ ਕੀ ਹੁਕਮ ਹੈ? ਮੇਰੇ ਪ੍ਰਤੀ ਕੀ ਹੁਕਮ ਹੈ? ਉਮਰ ਵਿੱਚ ਵੀ ਛੋਟੇ ਸਨ, ਰਜਿਸਟਰ 'ਚ ਵੀ ਛੋਟੇ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਆਖਿਆ, ਹੁਣ ਤਵੱਜੋ ਦੇ ਕੇ ਸਮਝਣਾ, ਫਿਰ ਆਪਾਂ ਗੱਲ ਅਗਲੀ ਸ਼ੁਰੂ ਕਰਾਂਗੇ। ਕਹਿਣ ਲੱਗੇ, ਪੁੱਤਰ ਤੁਸੀਂ ਬਕਾਲੇ ਜਾਣਾ ਹੈ, ਤੁਸੀਂ ਬਕਾਲੇ ਜਾਣਾ। ਉਦੋਂ ਇਹਦਾ ਨਾਮ ਬਾਬਾ ਬਕਾਲਾ ਨਹੀਂ ਸੀ ਹੁੰਦਾ। ਕਿਉਂ ਬਕਾਲੇ ਕਿਉਂ ਜਾਣਾ ਹੈ? ਕਹਿੰਦੇ ਇਸ ਲਈ ਜਾਣਾ ਹੈ, ਤਵੱਜੋ ਦੇ ਕੇ ਸਮਝਣਾ, ਮੈਂ ਬੇਨਤੀ ਕਰਾਂ। ਜਿੰਨੇ ਵੀ ਸਿੱਖੀ ਦੇ ਕੇਂਦਰ ਬਣੇ ਉਹਨਾਂ ਤੇ ਗੁਰੂ ਪੁੱਤਰਾਂ ਦਾ ਕਬਜ਼ਾ ਹੋ ਗਿਆ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਵਸਾਇਆ, ਉੱਥੇ ਬਾਬਾ ਲਖਮੀ ਦਾਸ ਸ੍ਰੀ ਚੰਦ ਦਾ ਕਬਜ਼ਾ ਹੈ, ਸਿੱਖੀ ਦੀ ਕੋਈ ਗੱਲ ਨਹੀਂ। ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਵਸਾਇਆ, ਉੱਥੇ ਬਾਬੇ ਦਾਤੂ ਦਾ ਕਬਜ਼ਾ ਹੈ, ਸਿੱਖੀ ਦੀ ਕੋਈ ਗੱਲ ਨਹੀਂ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਵਸਾਇਆ, ਉੱਥੇ ਬਾਬਾ ਮੋਹਨ ਜੀ ਦਾ ਕਬਜ਼ਾ, ਤੇ ਸਿੱਖੀ ਦੀ ਕੋਈ ਗੱਲ ਨਹੀਂ ਹੈ। ਅੰਮ੍ਰਿਤਸਰ ਸਾਹਿਬ ਵਸਾਇਆ ਤੇ ਉਹ ਬਾਬੇ ਪ੍ਰਿਥੀ ਚੰਦ ਦੀ ਔਲਾਦ ਕੋਲੇ, ਉੱਥੇ ਸਿੱਖੀ ਦੀ ਕੋਈ ਗੱਲ ਨਹੀਂ ਹੈ। ਜਿੰਨੇ ਵੀ ਸਿੱਖੀ ਦੇ ਕੇਂਦਰ ਬਣੇ ਸਾਰੀਆਂ ਥਾਵਾਂ ਤੇ ਗੁਰੂ ਪੁੱਤਰ ਕਾਬਜ ਨੇ। ਸਿੱਖ ਸੰਗਤ ਉਹਨਾਂ ਦਾ ਵਿਰੋਧ ਨਹੀਂ ਕਰ ਰਹੀ, ਕਿਉਂਕਿ ਗੁਰੂ ਪੁੱਤਰ ਹੋਣ ਦੇ ਨਾਤੇ ਸਤਿਕਾਰ ਕਰਦੇ ਨੇ, ਕੋਈ ਉਹਨਾਂ ਦਾ ਵਿਰੋਧ ਨਹੀਂ ਕਰ ਰਿਹਾ। ਤੁਸੀਂ ਹੁਣ ਗੁਰੂ ਪੁੱਤਰਾਂ ਦੀ ਗੱਲ ਦੱਸਣ ਵਾਸਤੇ ਮੈਂ ਗੁਰੂ ਪੁੱਤਰ ਨੂੰ ਭੇਜਣ ਲੱਗਾ, ਤਾਂ ਕਿ ਤੁਸੀਂ ਖੁੱਲ੍ਹ ਕੇ ਗੱਲ ਕਰ ਸਕੋ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬੇ ਬਕਾਲੇ ਭੇਜਿਆ ਗਿਆ।
बाबे बकाले गुरु तेग बहादुर साहब जी के नाना ते नानी जी रहिंदे ने। हरी चंद गुरु तेग बहादुर साहब जी के नाना जी का नाम है। हर देई गुरु तेग बहादुर साहब जी की नानी का नाम है। उन्होंने को जाके रहन लगे तो मां गुजर कौर भी धीरज सुभाव वाले ने, उन्होंने कोल उत्थे रहिंदे। पहले 7 साल का समा उस इलाके च विचरे, फिर लंबे प्रचारक दौरियां ते गए। ये साडे कोल इतिहास दसदा है। लगे कोई खूह ते लगियां हुई निशानियां तुहानूं वक्त मिलिया। डॉक्टर फौजा सिंह, डॉक्टर सुखदयाल सिंह, डॉक्टर तारण सिंह ते डॉक्टर रतन सिंह जग्गी, इन्हां ने गुरु तेग बहादुर साहब जी के सफरां का जिक्र किया होया। रो विचार मैं इन्हां खजाना नहीं पाउणा चाहता। गुरु तेग बहादुर साहब जी उस 3 गिरफ्तारियां हुई ने गुरु तेग बहादुर साहब जी दीयां। पहली गिरफ्तारी हुई है, याद रखियो जी, वो तमधान दे विचों जिहड़ी पहली गिरफ्तारी हुई, ये रोहीला खान, आलम खान रोहीला उन्हें की सी। ते उस वेले इस गुरु तेग बहादुर साहब जी की रिहाई का कारण बनिया सी जिहड़ा राजा जय सिंह जी के घर नूं बंगला साहिब कहने असीं, उहदी घरवाली का नाम पुष्पा राणी, उन्हें विच दखलअंदाजी दे के रिहाई करवाई सी। दूजी जिहड़ी है वो गिरफ्तारी है वो 1670 की है, वो है आगरे की धरती की। उस वेले सैफ खाने विच दखलअंदाजी करके ते वो रिहाई हुई सी। तीजी गिरफ्तारी जिहड़ी वो शहादत वाली, वो मैं तुहाडे नाल बाद च साझी करांगा। गुरु तेग बहादुर साहब जी ने प्रचार किया, प्रचार करके आके ते उहदे दरम्यान गुरु हरकृष्ण साहब जी भी मिल के आए ते बाबे बकाले की धरती पर आके नमाज कर लिया। प्यारे त्याग करके तो वेखो, त्याग करके तो वेखो, पहला समय नहीं, अगे गुरगद्दी देने वाला सामने बैठा है ते गुरगद्दी लैण वाला भी सामने बैठा होंदा सी। ये पहला वक्त है, गुरगद्दी देने वाला दिल्ली बैठा है, गुरगद्दी लैण वाला बाबे बकाले बैठा है। बहुत फर्क है, बहुत दूरी है। त्याग करके देखिए, असी त्याग नहीं कर पाते। गुरु हरकृष्ण साहब जी ने ज्योति जो समाउण लग्या ये बचन आखे, बाबा बसे जे ग्राम बकाले, बन गुर संगत सकल संभाले। उस वेले उन्होंने सारा शरीरक क्रिया करते हैं तो सारा कुछ संभालते हैं। दिल्ली उदों भी कहर बढ़िया होया सी, सिख संगत ने उदों भी सेवा की सी जिवें अज करोने च कर रही है, तो उदों सेवा करते हैं। वक्त लग गया थोड़ा जिहा, जदों तक बाबा मक्खन शाह जी इस बाबे बकाले की धरती से पहुँचे, उदों तक उत्थे 22 मंजियां लग चुकी हुई ने। जेड़े अजे तक अपने अपने वालों गुरु स्थानों के उत्ते गुरु पुत्र काबज सन, वो सारे के सारे अपन अपन मंजियां लेके, क्योंकि समा विच बहुत पै गया सी। मार्च महीने दे विच गुरु हरकृष्ण साहब जी ज्योति जो समाते ने, अगस्त महीने च बाबा मक्खन शाह जी जाते हैं। एक गल कह के मैं गल अगे तोड़ देनी है, अज तक सारा संसार इहो ही समझदा है भई माया गुरु तो तोड़ दिंदी है। आपां भी रोज़, मैं भी व्याख्या करना, तुसी भी सारे सुनते समझते। पर बाबा मक्खन शाह ने एक अजीब किस्म की व्याख्या सारे सामने रख दी। कह लगे, सज्जणा तेरी बिरती होनी चाहिए है, जरूरी नहीं माया तोड़ती, कई बारी माया पखंडियां चो गुरु नूं लभ के भी दे दिंदी आ। मोहरां दी खातर ही लभे सन। माया लभ भी दे सकती है, गुरु तो विछड़िया जोड़ भी सकती है। जरूरी नहीं माया तोड़ती है, माया जोड़ती भी है। मनुख नूं वरतन दी जाच होवे। आखिर वो वक्त आया जदों बाबा मक्खन शाह जी ने गुरु तेग बहादुर साहब जी के दर्शन किए ते उच्चे चढ़ के होका लाया, गुरु ला दो रे, गुरु ला दो रे। इस तो अगे गुरु तेग बहादुर साहब जी फिर उत्थे गए जिथे गुरु ग्रंथ साहिब का प्रकाश सी। गुरु तेग बहादुर साहब उत्थे गए जिथे उन्होंने बजुर्गों दी यादां सन। गुरु तेग बहादुर साहब जी उत्थे गए जिथे उन्होंने खुद का प्रकाश सी। पर ये तो समझ लो, इतिहास दी बाकी गल्लां मैं कह कह के अगे लंघी जाना। उत्थे उन्होंने उस वेले दे काबज बाबे पृथ्वी चंद की औलाद विचों बाबा हरजी ने दरबार साहिब ना मिलन दिता।
ਉੱਥੋਂ ਬਿਨਾਂ ਝਗੜਾ ਕਰਿਆ ਉਹ ਵਾਪਸ ਆ ਗਏ। ਛੇ ਮਸੰਦ ਨੇ ਗੋਲੀ ਵੀ ਚਲਾਈ, ਪਰ ਉਹ ਸਾਰਾ ਕੁਝ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਕਈ ਥਾਵਾਂ ਤੋਂ ਵਿਚਰਦਿਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਨੇ ਆ ਕੇ ਇੱਕ ਨਵਾਂ ਨਗਰ ਵਸਾਇਆ। ਇਹ 1665 ਵਿੱਚ ਵਸਾਇਆ, ਗੁਰਗੱਦੀ ਮਿਲਣ ਤੋਂ 1 ਸਾਲ ਬਾਅਦ ਵਿੱਚ। ਪਰ 1665 ਵਿੱਚ ਨਗਰ ਵਸਾਉਂਦਿਆਂ ਹੀ ਹਾਲਾਤ ਬਹੁਤ ਵਿਗੜ ਗਏ। ਔਰੰਗਜ਼ੇਬ ਤਖਤ ਤੇ ਬੈਠਾ 1658 ਵਿੱਚ ਉਹਨੇ ਆਪਣੇ ਪਿਤਾ ਨੂੰ ਕੈਦ ਕਰਕੇ ਭਰਾਵਾਂ ਨੂੰ ਮਾਰ ਕੇ ਤੇ ਇਤਨਾ ਵੱਡਾ ਕਹਿਰ ਕੀਤਾ ਜਿਹੜਾ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਤੁਹਾਨੂੰ ਵਕਤ ਮਿਲਿਆ ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹਿਓ ਭਈ ਉਸ ਵੇਲੇ ਉਹਨੇ ਕੀ ਕੀ ਕਹਿਰ ਕੀਤਾ। ਲੰਮੇ ਸਮੇਂ ਦੀ ਘਟਨਾ ਹੈ, ਨਿੱਕੀ ਗੱਲ ਮੈਂ ਕਹਿਣ ਲੱਗਾ। ਵਿਪਰ ਚਲਾਕ ਬਹੁਤ ਹੈ, ਹਾਲੇ ਤੱਕ ਆਪਾਂ ਉਸ ਦੀਆਂ ਚਲਾਕੀਆਂ ਨੂੰ ਪਕੜਨ ਵਿੱਚ ਹੀ ਲੱਗੇ ਹੋਏ। 1658 ਚ ਬੈਠਦਿਆਂ ਸਾਰ ਤਖਤ ਤੇ ਔਰੰਗਜ਼ੇਬ ਨੇ ਐਲਾਨ ਕੀਤਾ ਕੋਈ ਨਵਾਂ ਮੰਦਰ ਨਾ ਬਣੇ। ਫਿਰ ਐਲਾਨ ਕੀਤਾ ਭਈ ਪੁਰਾਣੇ ਮੰਦਿਰਾਂ ਦੀ ਰਿਪੇਅਰ ਨਾ ਹੋਵੇ। ਉਹਨੇ ਜਜੀਆ ਟੈਕਸ ਅਕਬਰ ਨੇ ਬੰਦ ਕੀਤਾ ਸੀ। ਜਜੀਆ ਟੈਕਸ ਹੁੰਦਾ ਵੀ ਜਿਹੜਾ ਇਲਾਕਾ ਮੁਸਲਮਾਨਾਂ ਦਾ, ਜੇ ਉੱਥੇ ਕਿਸੇ ਹਿੰਦੂ ਨੇ ਰਹਿਣਾ ਤਾਂ ਉਹਨੂੰ ਟੈਕਸ ਦੇਣਾ ਪਏਗਾ, ਨਹੀਂ ਉਹ ਮੁਸਲਮਾਨ ਬਣ ਜਾਏ। ਜੇ ਟੈਕਸ ਨਹੀਂ ਦੇਣਾ ਉਹਨੂੰ ਜਜੀਆ ਟੈਕਸ ਕਹਿੰਦੇ ਨੇ। ਔਰੰਗਜ਼ੇਬ ਨੇ ਲਾਤਾ ਸੀ। ਖੈਰ ਜਿੰਨੇ ਵੀ ਕਹਿਰ ਨੇ ਉਹਨੇ ਮੰਦਰ ਬਣਾਉਣੇ ਬੰਦ ਕੀਤੇ। ਉਹਨੇ ਨਵੇਂ ਨਹੀਂ ਉਸਾਰੀ ਹੋ ਸਕਦੀ, ਪੁਰਾਣਿਆਂ ਦੀ ਰਿਪੇਅਰ ਨਹੀਂ ਹੋ ਸਕਦੀ, ਧਾਰਮਿਕ ਗ੍ਰੰਥਾਂ ਦੀ ਚਰਚਾ ਨਹੀਂ ਹੋ ਸਕਦੀ, ਕਥਾ ਨਹੀਂ ਹੋ ਸਕਦੀ। ਸਾਰਾ ਕੁਝ ਬਣਾ ਕਰਦਿਆਂ ਜਦੋਂ ਜਨੇਊ ਤੇ ਗਿਆ, ਹੋ ਸਕਦਾ ਜਨੇਊ ਵੀ ਇਹ ਲਾ ਲੈਂਦੇ। ਮੰਦਰ ਢੱਠਿਆਂ ਇਹਨਾਂ ਨੂੰ ਬੇਅਦਬੀ ਨਹੀਂ ਲੱਗੀ। ਵੇਦ ਗ੍ਰੰਥਾਂ ਦੀ ਬੇਅਦਬੀ ਹੁੰਦੀ ਆ, ਇਹਨਾਂ ਨੂੰ ਬੇਅਦਬੀ ਨਹੀਂ ਲੱਗੀ। ਨਵੇਂ ਟੈਕਸ ਲੱਗਦੇ ਆ, ਇਹਨਾਂ ਨੂੰ ਨਹੀਂ ਬੇਅਦਬੀ ਲੱਗੀ। ਇਹਨਾਂ ਨੂੰ ਬੇਅਦਬੀ ਕਦੋਂ ਲੱਗੀ? ਜਦੋਂ ਜਨੇਊ ਦੇ ਨਾਲੇ ਗੱਲ ਹੋ ਗਈ ਵੀ ਆ ਜਨੇਊ ਲਾ ਦਿਓ ਜਾਂ ਫਿਰ ਮੌਤ ਤੁਹਾਡੇ ਸਾਹਮਣੇ ਆਏਗੀ। ਤੇ ਜਦੋਂ ਮੌਤ ਦੀ ਗੱਲ ਆਈ ਉਦੋਂ ਲੱਗਿਆ ਵੀ ਸਾਡੇ ਧਰਮ ਦੀ ਹਾਨੀ ਹੋਣ ਲੱਗੀ। ਬੜੇ ਚਲਾਕ ਨੇ, ਪਹਿਲੇ ਧਰਮ ਦੀ ਹਾਨੀ ਨਹੀਂ ਮੰਨਿਆ, ਮੰਦਰ ਢਾਏ ਸਭ ਕੁਝ ਕੀਤਾ, ਉਦੋਂ ਧਰਮ ਦੀ ਹਾਨੀ ਨਹੀਂ ਮੰਨਿਆ। ਜਦੋਂ ਇਹ ਵਕਤ ਆਇਆ ਤੇ ਉਦੋਂ ਉਹਨਾਂ ਨੇ ਇਹਨਾਂ ਦੇ ਵਿੱਚੋਂ ਔਰੰਗਜ਼ੇਬ ਨੇ ਐਲਾਨ ਤਾਂ ਸਾਰੇ ਦੇਸ਼ ਵਿੱਚ ਹੀ ਕੀਤਾ ਸੀ, ਪਰ ਬਾਕੀ ਜਿਹੜੇ ਸੂਬੇਦਾਰ ਸਨ ਉਹ ਥੋੜ੍ਹੇ ਠੰਡੇ ਸਨ। ਜਿਹੜਾ ਕਸ਼ਮੀਰ ਦਾ ਸੂਬੇਦਾਰ ਹੈ ਇਹ ਥੋੜ੍ਹਾ ਗਰਮ ਖਿਆਲਾਂ ਦਾ ਸੀ। ਇਹਦਾ ਨਾਂ ਸੀ ਇਫਤਖਾਰ ਖਾਨ। ਔਖਾ ਨਾ ਥੋੜ੍ਹਾ ਜਿਹਾ, ਇਹ ਥੋੜ੍ਹਾ ਗਰਮ ਖਿਆਲੀਆ ਸੀ। ਔਰ ਦੂਜੀ ਗੱਲ, ਕਸ਼ਮੀਰ ਨੂੰ ਤਾਂ ਕੇਂਦਰ ਬਣਾਇਆ ਸੀ, ਇਹ ਟਾਰਗੇਟ ਤਾਂ ਕੀਤਾ ਸੀ ਕਿਉਂਕਿ ਕਸ਼ਮੀਰ ਨਾਲ 3 ਗੱਲਾਂ ਜੁੜੀਆਂ ਹੋਈਆਂ। ਨੰਬਰ 1, ਉਹਦੇ ਨਾਲ ਜਿੰਨੇ ਮੁਸਲਿਮ ਦੇਸ਼ ਨੇ, ਜੇ ਕੋਈ ਇਹੋ ਜਿਹੀ ਗੜਬੜ ਹੁੰਦੀ ਤੇ ਉਹ ਸਾਰਾ ਕੁਝ ਸਮਝ ਸਕਦਾ ਸੀ। ਦੂਜੀ ਗੱਲ ਇਹ ਸੀ ਵੀ ਇੱਥੇ ਵਿਦਵਾਨ ਤਿਆਰ ਹੁੰਦੇ ਨੇ। ਤੀਜੀ ਗੱਲ ਇਹ ਸੀ ਵੀ ਕਸ਼ਮੀਰ ਦੇ ਬੰਦੇ ਡਰਪੋਕ ਬਹੁਤ ਸਨ, ਜਲਦੀ ਦਬਕ ਜਾਂਦੇ ਸਨ। ਇਹ ਗੱਲ ਕਹਿਣ ਤੇ ਇਹ ਇਫਤਿਖਾਰ ਖਾਨ ਨੇ ਉੱਥੇ ਸਾਰਾ ਐਲਾਨ ਕਰ ਦਿੱਤਾ ਵੀ ਤੁਸੀਂ ਜਾਂ ਤਾਂ ਜਨੇਊ ਲਾਓ, ਇਸਲਾਮ ਨੂੰ ਧਾਰਨ ਕਰੋ, ਨਹੀਂ ਮੌਤ ਹੈ, ਦੂਜਾ ਕੋਈ ਰਸਤਾ ਨਹੀਂ। ਹੁਣ ਉਹਨਾਂ ਨੇ ਵਿਚਾਰ ਕੀਤੀ ਵੀ ਆਪਾਂ ਕਿਹਨੂੰ ਬੁਲਾਈਏ, ਕਿਹਦੇ ਕੋਲ ਜਾਈਏ। ਇੱਕ ਪਲ ਮੈਂ ਰੁਕਣ ਲੱਗਾ ਉਹਨਾਂ ਦੀ, ਬੜੀ ਤਵੱਜੋ ਦੇ ਕੇ ਸਮਝਿਓ, ਮੈਂ ਕਿਸੇ ਦਾ ਵਿਰੋਧੀ ਨਹੀਂ ਹੈ, ਪਰ ਗੁਰਮਤਿ ਨੂੰ ਵੀ ਨਿਖਾਰ ਕੇ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ। ਅੱਜ ਪਤਾ ਨਹੀਂ ਸਾਡੀਆਂ ਜ਼ੁਬਾਨਾਂ ਕਿਉਂ ਨਹੀਂ ਖੁੱਲ੍ਹਦੀਆਂ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਆਖਿਆ ਕਰਦਿਆਂ ਇਹੋ ਜਿਹੇ ਸ਼ਲੋਕਾਂ ਦੀ ਗਲਤ ਵਿਆਖਿਆ ਕਰ ਰਹੇ ਨੇ। ਅੱਜ ਵੀ ਜਦੋਂ ਅਨੰਦਪੁਰ ਸਾਹਿਬ ਉਹ ਖੋਲ੍ਹਿਆ ਸੀ ਆਪਣਾ ਵਿਰਸੇ ਦਾ ਬਣਾ ਕੇ ਉਹ, ਤੇ ਉਦੋਂ ਆਸਾ ਰਾਮ ਨੇ ਇਸ ਪੰਕਤੀ ਦੇ ਅਰਥੇ ਕੀਤੇ ਸਨ, ਜਿਹੜਾ ਅੱਜ ਕੱਲ੍ਹ ਜੇਲ੍ਹ 'ਚ ਹੈ। ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਉਹ ਕਹਿੰਦੇ ਉਦੋਂ ਉਹਨਾਂ ਨੇ ਰਾਮ ਚੰਦਰ ਦੀ ਸ਼ਰਨ ਲਈ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਅਰਥ ਕੀਤੇ ਗਏ ਬਕਾਇਦਾ, ਸਾਡੇ ਕੋਲ ਅੱਜ ਰਿਕਾਰਡਡ ਹੈ ਚੀਜ਼। ਲੇਕਿਨ ਬੜੇ ਨੁਮਾਇੰਦੇ ਸਿੱਖੀ ਦੇ ਬੈਠੇ ਸੀ, ਕਿਸੇ ਨੇ ਕੋਈ ਗੱਲ ਨਾ ਕਰੀ। ਮੈਂ ਨਿੱਕੀ ਜਿਹੀ ਗੱਲ ਕਰਕੇ ਆਪਣੀ ਗੱਲ ਪਰ ਆ ਜਾਣਾ ਚਾਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਮਾਲ ਦੇਖੋ। ਜਦੋਂ ਸ਼ਲੋਕ ਪੜ੍ਹਦੇ ਹੋ, ਮੈਂ ਬਾਕੀ ਬਾਣੀ ਦਾ ਨਾ ਜ਼ਿਕਰ ਕਰਾਂ, ਸ਼ਲੋਕ ਪੜ੍ਹਦੇ ਹੋ ਤੇ ਪਹਿਲਾ ਸ਼ਲੋਕ ਕੀ ਹੈ? ਗੁਣ ਗੋਬਿੰਦ ਗਾਇਓ ਨਹੀਂ। ਅੱਗੇ 56ਵਾਂ ਸ਼ਲੋਕ ਫਿਰ ਜਾ ਕੇ ਪੜ੍ਹਿਓ,
56ਵਾਂ ਸ਼ਲੋਕ ਫਿਰ ਪੜ੍ਹਿਓ, ਉਹਦੇ 'ਚ ਸਤਿਗੁਰੂ ਫਿਰ ਜ਼ਿਕਰ ਕਰਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਜਿਹੜਾ ਪਹਿਲਾ ਗੋਬਿੰਦ ਹੈ ਤੇ ਆਖਰੀ ਪੰਕਤੀ 'ਚ ਗੋਬਿੰਦ ਹੈ, ਉਹਦੇ ਵਿੱਚ ਵਿਚਾਲੇ ਵਰਤੇ ਹੋਏ ਨਾਮ ਇਸੇ ਗੋਬਿੰਦ ਦੇ ਨੇ। ਜਿੱਥੇ ਰਾਮ ਦਾ ਜ਼ਿਕਰ ਕੀਤਾ ਬਕਾਇਦਾ ਖੋਲ ਕੇ ਦੱਸਿਆ, ਰਾਮ ਗਇਓ ਰਾਵਣ ਗਇਓ। ਕਿਹੜਾ ਰਾਮ ਗਿਆ? ਜਿਹੜਾ ਰਾਵਣ ਦੇ ਵੇਲੇ ਹੋਇਆ ਸੀ, ਭੁਲੇਖਾ ਨਾ ਲੱਗ ਜਾਏ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰਕਸ਼ ਨਹੀਂ, ਸੁਪਨੇ ਜੋ ਸੰਸਾਰ। 56ਵੇਂ ਸ਼ਲੋਕ ਵਿੱਚ ਸਪਸ਼ਟ ਕਰ ਦਿੱਤਾ ਵੀ ਮੈਂ ਕਿਹੜੇ ਗੋਬਿੰਦ ਦੀ ਗੱਲ ਕਰਦਾ। 57ਵੇਂ 'ਚ ਜਾ ਕੇ ਫਿਰ ਸਪਸ਼ਟ ਕਰ ਦਿੱਤਾ, ਰਾਮ ਨਾਮ ਉਰ ਮੈਂ ਗਇਓ। ਕਿਹੜੇ ਰਾਮ ਦੀ ਗੱਲ ਕਰਨਾ ਮੈਂ? ਜਿਹਦਾ ਨਾਮ ਗੋਬਿੰਦ ਹੈ। ਅੱਜ ਲੋੜ ਹੈ ਸਾਨੂੰ ਵਿਆਖਿਆ ਖੁੱਲ੍ਹ ਕੇ ਕਰਨ ਦੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹੁਣ ਉਹਨਾਂ ਦੇ ਕੋਲ ਬੜੇ ਦੇਵੀ ਦੇਵਤੇ ਨੇ, 33 ਕਰੋੜ ਨੇ, ਕਿਹੜਾ ਕੋਈ ਥੋੜੇ ਨੇ, 33 ਕਰੋੜ ਨੇ। ਲਾਲਾ ਦੌਲਤ ਰਾਏ ਨੇ ਕਿਤਾਬ ਲਿਖੀ ਸੀ ਵੀ ਜੇ ਇੱਕ ਦੇਵਤੇ ਦਾ ਇੱਕ ਚਾਵਲ ਕੱਢੀਏ ਕਈ ਬੋਰੀਆਂ ਭਰ ਜਾਂਦੀਆਂ ਨੇ, ਯਾਦ ਰੱਖਣਾ ਔਖਾ ਹੈ। ਜਿਨ੍ਹਾਂ ਕੋਲ 33 ਕਰੋੜ ਦੇਵੀ ਦੇਵਤੇ ਹੋਣ, ਇੰਨੇ ਧਾਰਮਿਕ ਗ੍ਰੰਥ ਹੋਣ, ਇੰਨੀ ਉਹਨਾਂ ਦੀ ਪਾਪੂਲੇਸ਼ਨ ਹੋਵੇ, ਇੰਨੀ ਉਹਨਾਂ ਦੀ ਉਸ ਵੇਲੇ ਦੀ ਆਬਾਦੀ ਹੋਵੇ, ਤੇ ਉਹਨਾਂ ਦੇ ਜਨੇਊ ਦੀ ਖਾਤਰ ਇੱਕ ਬੰਦਾ ਵੀ ਕੁਰਬਾਨੀ ਦੇਣ ਲਈ ਤਿਆਰ ਨਾ ਹੋਵੇ। ਔਰ ਅਗਲੀ ਗੱਲ, ਉਹਨਾਂ ਨੂੰ ਇਹ ਵੀ ਪਤਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ ਨਾਲ ਕੋਈ ਮੇਲ ਮਿਲਾਪ ਨਹੀਂ। ਕਿਉਂ ਮੇਲ ਮਿਲਾਪ ਨਹੀਂ? ਕਿਉਂਕਿ ਨਾ ਇਹ ਤਿਲਕ ਲਾਉਂਦੇ ਨੇ, ਨਾ ਇਹ ਜਨੇਊ ਪਾਉਂਦੇ ਨੇ, ਨਾ ਇਹ ਵੇਦ ਪੜ੍ਹਦੇ ਨੇ, ਨਾ ਇਹ ਤੀਰਥਾਂ ਤੇ ਜਾਂਦੇ ਨੇ, ਨਾ ਇਹ ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਨਾ ਇਹ ਵਿਪਰਵਾਦੀ ਸੋਚ ਦੇ ਅਧੀਨ ਨੇ। ਇਹ ਤਾਂ ਕੁਛ ਵੀ ਨਹੀਂ। ਹਾਲਾਂਕਿ ਸਿੱਖੀ ਜਿਹੜੀ ਉਹ ਇਸਲਾਮ ਦੇ ਕਾਫੀ ਨੇੜੇ ਹੈ। ਇਸਲਾਮ ਵੀ ਇੱਕ ਖੁਦਾ ਨੂੰ ਮੰਨਦਾ ਹੈ, ਸਿੱਖੀ ਵੀ ਇੱਕ ਓਂਕਾਰ ਨੂੰ ਪ੍ਰਵਾਨਗੀ ਦਿੰਦੀ ਹੈ। ਫਿਰ ਵੀ ਉਹਨਾਂ ਨੇ ਵਿਸ਼ਵਾਸ ਕੀਤਾ, ਫਿਰ ਵੀ ਉਹਨਾਂ ਨੇ ਵਿਸ਼ਵਾਸ ਕੀਤਾ ਉਹ ਗੁਰੂ ਕਿਉਂ ਸਿੱਖੋ, ਸਾਡੇ ਨਾਲ ਤਾਂ ਉਹ ਚੰਗੇ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਤੇ ਵਿਸ਼ਵਾਸ ਕਰਦੇ ਨੇ, ਆਪਾਂ ਕਿਉਂ ਨਹੀਂ ਕਰਦੇ? ਅੱਜ ਬਹੁਤ ਵੱਡੀ ਲੋੜ ਹੈ। ਮੈਂ ਇੱਕ ਨਿੱਕੀ ਗੱਲ ਕਹਿ ਕੇ ਅੱਗੇ ਤੁਰ ਜਾਣਾ। ਇੱਕ ਸਿੱਖ ਗੁਰਦੁਆਰੇ 'ਚ ਨਿਕਲਿਆ ਤੇ ਦੂਜੇ ਪਾਸੇ ਤੋਂ ਨੇੜੇ ਮੰਦਰ, ਇੰਡੀਆ 'ਚ ਤੁਸੀਂ ਦੇਖਿਆ ਹੋਏਗਾ ਵੀ ਗੁਰਦੁਆਰੇ ਦੇ ਨਾਲ ਨਾਲ ਮੰਦਰ ਬਣਾਏ ਹੋਏ ਨੇ। ਮੰਦਰ ਵਿੱਚੋਂ ਇੱਕ ਹਿੰਦੂ ਵੀਰ ਨਿਕਲਿਆ। ਉਹ ਕਹਿੰਦਾ ਕਿੱਥੋਂ ਆਇਆ? ਕਹਿੰਦਾ ਮੰਦਰੋਂ ਆਇਆ। ਕਹਿਣ ਲੱਗਿਆ ਬਈ ਤੁਸੀਂ ਕਿੱਥੋਂ ਆਏ? ਕਹਿੰਦੇ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਮੈਂ ਗੁਰਦੁਆਰੇ ਤੋਂ ਆਇਆ। ਕਹਿੰਦਾ ਵੀ ਤੁਸੀਂ ਬਹੁਤ ਬੰਦੇ ਬਹੁਤ ਕਿਰਤ ਕਰਨ। ਹਿੰਦੂ ਬੋਲਿਆ ਕਿਉਂ? ਕਹਿਣ ਲੱਗੇ ਤੁਹਾਡੀ ਖਾਤਰ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, 3 ਸਿੱਖਾਂ ਦੀ ਸ਼ਹਾਦਤ ਹੋਈ ਤੇ ਤੁਸੀਂ ਉਹਨਾਂ ਦਾ ਕੋਈ ਦਿਨ ਵੀ ਨਹੀਂ ਮਨਾ ਸਕਦੇ। ਉਹ ਹਿੰਦੂ ਵੀਰ ਕਹਿਣ ਲੱਗਿਆ ਵੀ ਮੈਨੂੰ ਲੱਗਦਾ ਮੇਰੇ ਨਾਲੋਂ ਵੱਡੇ ਕਿਰਤ ਕਰਨ ਤੁਸੀਂ ਹੋ। ਉਹ ਕਹਿਣ ਲੱਗੇ ਅਸੀਂ ਕਿਉਂ? ਅਸੀਂ ਤਾਂ ਮਨਾਉਂਦੇ ਹਾਂ, ਅਸੀਂ ਕਿਉਂ ਕਿਰਤ ਕਰਨਾ? ਉਹ ਕਹਿਣ ਲੱਗੇ ਤੁਸੀਂ ਇਸ ਲਈ ਕਿਰਤ ਕਰੋ, ਸਾਡੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਉਹਨਾਂ ਦੇ 3 ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਸਿਰਫ 4 ਨੇ ਨਾ। ਤੁਹਾਡੀ ਖਾਤਰ ਤਾਂ ਗੁਰੂ ਨੇ ਸਰਬੰਸ ਵਾਰਿਆ, ਤੁਸੀਂ ਕਿਉਂ ਨਹੀਂ ਗੁਰੂ ਦੀ ਗੱਲ ਕਰਦੇ? ਤੁਹਾਡੀ ਖਾਤਰ ਤਾਂ ਗੁਰੂ ਨੇ ਸਰਬੰਸ ਵਾਰਿਆ। ਜਿਸ ਦਿਨ ਗੁਰੂ ਦੇ ਸਾਹਮਣੇ ਬੈਠੇ ਸੀ ਨਾ, ਉਸ ਦਿਨ ਅਸੀਂ ਨਹੀਂ ਸੀ ਬੈਠੇ, ਉਸ ਦਿਨ ਤੁਸੀਂ ਬੈਠੇ ਸੀ। ਗੁਰੂ ਨੇ ਤੁਹਾਨੂੰ ਕਿਹਾ ਸੀ ਇਨ ਪੁੱਤਰਨ ਕੇ ਸੀਸ ਤੇ, ਸਾਡੇ ਤੇ ਵਾਰ ਕੇ ਵੀ ਸਾਨੂੰ ਨਹੀਂ ਸੀ ਕਿਹਾ ਵੀ ਇਨ ਪੁੱਤਰਨ ਕੇ ਸੀਸ ਤੇ। ਸਿੱਖ ਬਹੁਤਾ ਕਰਜ਼ਦਾਰ ਹੈ। ਮੈਂ ਬੇਨਤੀ ਕਰਾਂ, ਜਿਹੜੀ ਗੱਲ ਕਰਨ ਲੱਗਾ ਸਾਂ ਉਹਨੇ ਉਸ ਵੇਲੇ ਵਿਚਾਰ ਬਣਾਈ ਵੀ ਆਪਾਂ ਕਿਹਦੇ ਕੋਲ ਚੱਲੀਏ, ਸਾਨੂੰ ਕੋਈ ਰਸਤਾ ਨਹੀਂ ਦਿਸਦਾ। ਉਦੋਂ ਗੱਲ ਚੱਲੀ ਵੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਚੱਲੀਏ। ਕਿਉਂ ਚੱਲੀਏ? ਸਾਂਝ ਤੇ ਕੋਈ ਹੈ ਨਹੀਂ। ਕਿਉਂ ਚੱਲੀਏ? ਕੁਝ ਕਾਰਨ ਨੇ। ਨੰਬਰ 1, ਗੁਰੂ ਘਰ ਹੈ ਇਕੱਲਾ ਜਿਹੜਾ ਉਸ ਵੇਲੇ ਦੇ ਵਕਤ ਨਾਲ ਟੱਕਰ ਲੈਂਦਾ ਹੈ, ਇਕੱਲਾ ਗੁਰੂ ਘਰ ਹੈ, ਬਾਕੀ ਨਹੀਂ। ਦੂਜੀ ਗੱਲ, ਇਕੱਲਾ ਇੱਕ ਗੁਰੂ ਘਰ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਤੀਰਥਾਂ ਤੇ ਗਏ, ਅਸੀਂ ਤਾਂ ਉਹਦੀ ਵਿਆਖਿਆ ਹੀ ਹੋਰ ਕਰ ਦਿੱਤੀ ਨਾ। ਪੁੱਤਰ ਦੀ ਪ੍ਰਾਪਤੀ ਲਈ ਤੀਰਥ ਤੇ ਨਹੀਂ ਗਏ, ਉਹ ਤੀਰਥਾਂ ਤੇ ਇਸ ਲਈ ਗਏ ਵੀ ਮੈਂ ਲੋਕਾਂ ਨੂੰ ਇਹ ਦੱਸ ਸਕਾਂ, ਭੈ ਕਾਹੂ ਕੋ ਦੇਤਨੈ ਨਹਿ ਪੈਮਾਨ ਆਨ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ। ਇੱਕ ਅਰਜ਼ ਕਰਾਂਗਾ ਤੁਹਾਨੂੰ ਹੱਥ ਜੋੜ ਕੇ,
गुरु तेग बहादुर साहब जी के बारे च डॉक्टर तारण सिंह की लिखी किताब है गुरु तेग बहादुर साहब का जीवन के सिद्धांत, उसका नाम कुछ एक बड़ा प्यारा ख्याल दिता उन्होंने। वो कहते हैं भी धन गुरु तेग बहादुर साहब सच्चे पातशाह जी महाराज के चरणों में वो इसलिए गए क्योंकि उन्होंने एक गल का भरोसा सी भाई केवल ते केवल जदों भी कदे कोई वक्त का हाकम आता लोग बोली बदल लेंगे ने। गुरु ग्रंथ साहिब च बहुत जिक्र है, कर कर मीआं सबना जियां बोली अमृत वाली, खत्तरियां ता धर्म छोड़िया मलेश भाखिया गई। अब भाखिया का पुठा बकरा खड़ा, अब भाखिया उन्होंने बोली का लोग बोली बदल लेंगे जो हकम आता। गुरु तेग बहादुर साहब जी ने कमाल की, उन्होंने 116 वचन ने गुरु ग्रंथ साहिब च अंकित 15 रागां च। तुसीं हैरान होवोगे उदों अरबी ते फारसी भारू सी, उन्होंने 116 के 16 वचनों विचों एक शब्द भी अरबी ते फारसी ना नहीं, बल्कि उस वेले दी डरे हुए लोगों की बोली गुरु तेग बहादुर साहब जी ने बोल के दसी, नानक तिन कै संग साथ वड्डियां स्यों क्या रीस। याद रखियो गुरु तेग बहादुर साहब जी ने ਜਿਹੜੀਆਂ गुरबाणी विच उदाहरणा भी दित्तियां, उदाहरणा भी ਜਿਹੜੀਆਂ दित्तियां ने ना, वो उदाहरणा उन्होंने धार्मिक ग्रंथों दियां ने। जिवें तुसीं हुणे शब्द सुन रहे सी, हर को नाम सदा सुखदाई, जां को सिमर अजामल उदरियो, गणका घूंगत पाई। ये सिक्खी दी उदाहरणा नहीं है, ये उन्होंने विरसे दी उदाहरणा। पंचाली को राज सभा में द्रौपदी नूं राम नाम सुध आई, ताको दुख हरियो करना में अपनी पैज बढ़ाई। उन्होंने उदाहरणा ने, उन्होंने बोली, उन्होंने तीर्थां ते जाके उन्हें डरिया हुए समझाया, तो उन्होंने उदाहरणा दे के समझाया पढ़िया। जे तेरे धार्मिक ग्रंथे कहते ने फिर तू क्यों नहीं विश्वास करता। हुण उन्होंने ये भरोसा हो गया भी अगर कोई साड़ी बांह पकड़ सकता केवल गुरु तेग बहादुर साहब है, ये नहीं डरते। उदों फिर उन्होंने इफ्तिखार खान नूं एक बेनती की भी सन 6 महीने का वक्त दे दी, असी फैसला करके तुहानूं दस देंगे। उन्हें आख्या बिल्कुल ठीक, 6 महीने बाद तुहाडे कोल गल करांगे, पर 6 महीने च तुसीं कोई मीटिंग नहीं कर सकते किसी की। उन्हें आख्या ठीक है नहीं करांगे। शायद तुहानूं पता होगा भी अमरनाथ की एक यात्रा चलती है, अमरनाथ की यात्रा चलती है, तो अमरनाथ के मंदिर विच उन्होंने बैठ के एक चोरी मीटिंग की। चोरी मीटिंग की भी आप एक काम करिए, गुरु तेग बहादुर साहब जी के चरणों च चलीए तो उन्होंने बेनती करिए। तो सवाल खड़ा होया भी गुरु तेग बहादुर साहब जी के चरणों च जाइए किवें? कली कली गल तो साडी सिक्खी तो उल्ट है, किहड़ा मूँह लैके जाइए? असी तो गुरु घर दी शिकायत करते रहे हैं, बीरबल गुरु अर्जन पातशाह जी तक विरोधी रहा, तो असीं किहड़ा मूँह लैके जाइए? वो कहन लगे भी चलो जे असीं नहीं जान जोगे, साडे चों एक तो है ना जिहड़ा गुरु घर नाल जुड़िया होया है। हुण मैं इत्थे फिर रुकण लगा, तुसीं बहुत सियाणे कलमां दे धनी बैठे हो, तो मैं तां करके बरीकियां तुहाडे नाल साझीआं कर लगा। तवज्जो दे के समझना, जिहड़ा किरपा राम है ना वो किरपा सिंह बन गया सी, उन्हें अमृत छक लिया सी। ਇਹਦਾ पिता वालों परिवार ते ਇਹਦਾ मां वालों परिवार, वो दोवें सिख घराने चों ने, पिता वालों भी मां वालों भी। छोटा जिहा जिक्र करते हैं, इन्हां दे बजुर्गों का नाम है ठाकुरदास। ठाकुरदास का पुत है ब्रह्मदास। ब्रह्मदास गुरु नानक साहब नूं मिलिया सी, जिहदे कोल बैठ के मटन की धरती के उत्ते गुरु नानक साहब ने एक पौड़ी सुनाई सी उन्होंने, पढ़ पढ़ गड्डी लगी है, पढ़ पढ़ पढ़िए साथ। वो ये पौड़ी उदों सुनाई सी।
ਤੇ ਉਹ ਬ੍ਰਹਮਦਾਸ 13 ਦਿਨਾਂ ਦੀ ਚਰਚਾ, 13 ਦਿਨ ਚਰਚਾ ਹੋਈ ਸੀ। ਐਵੇਂ ਨਹੀਂ ਸੀ ਮੰਨ ਗਿਆ, ਬੜਾ ਸਕੋਲਰ ਬੰਦਾ ਸੀ ਉਹਦੇ ਪੜ੍ਹਾਏ ਹੋਏ ਅੱਗੇ ਬਨਾਰਸ ਜਾਂਦੇ ਸੀ। ਉਹ ਜਿਹੜਾ ਬ੍ਰਹਮਦਾਸ ਸੀ ਉਹ 13 ਦਿਨਾਂ ਬਾਅਦ ਮੰਨਿਆ ਸੀ ਵੀ ਹਾਂ ਸਤਿਗੁਰੂ ਤੁਸੀਂ ਸੱਚ ਕਹਿੰਦੇ ਹੋ। ਠਾਕੁਰਦਾਸ ਦਾ ਪੁੱਤ ਹੈ ਬ੍ਰਹਮਦਾਸ ਨੂੰ ਗੁਰਗੱਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਖਸ਼ਾਂ ਦਿੱਤੀਆਂ। ਬ੍ਰਹਮਦਾਸ ਦਾ ਪੁੱਤਰ ਹੈ ਨਰਾਇਣ ਦਾਸ ਦਾ ਪੁੱਤਰ ਹੈ ਭਾਈ ਆੜੂ ਦਾ ਪੁੱਤਰ ਹੈ ਕਿਰਪਾ ਸਿੰਘ। ਇੱਕ ਵਾਰੀ ਫਿਰ ਦੁਹਰਾ ਦਿਆਂ, ਠਾਕੁਰਦਾਸ, ਬ੍ਰਹਮਦਾਸ, ਨਰਾਇਣ ਦਾਸ, ਆੜੂ ਜੀ, ਉਹਦਾ ਪੁੱਤਰ ਹੈ ਕਿਰਪਾ ਸਿੰਘ। ਮਾਂ ਵੱਲੋਂ ਇਹ ਪਰਿਵਾਰ ਕਿਵੇਂ ਜੁੜਿਆ ਹੋਇਆ ਤੁਸੀਂ ਹੈਰਾਨ ਹੋਵੋਗੇ। ਮਾਂ ਵੱਲੋਂ ਇਹ ਪਰਿਵਾਰ ਜੁੜਿਆ ਹੋਇਆ ਹੈ। ਧਿਆਨ ਰੱਖਿਓ, ਇਹਨਾਂ ਦੇ ਬਜ਼ੁਰਗਾਂ ਦਾ ਨਾਂ ਸੀ ਗੌਤਮ ਦੇ 3 ਬੱਚੇ ਨੇ, ਇੱਕ ਭਾਈ ਪਰਾਗਾ, ਇੱਕ ਭਾਈ ਪੈੜਾ, ਇੱਕ ਸਾਰਸੁਤੀ। ਭਾਈ ਪਰਾਗਾ ਇਹਦੇ ਅੱਗੇ ਪਰਿਵਾਰ ਵਿੱਚੋਂ ਸਤੀ ਦਾਸ ਤੇ ਮਤੀ ਦਾਸ ਨੇ, ਬੜਾ ਬਖਸ਼ਿਆ ਪਰਿਵਾਰ ਹੈ। ਇਹ ਭਾਈ ਪੈੜਾ ਉਹ ਹੈ ਜਿਹੜਾ ਭਾਈ ਪਰਾਗਾ, ਉਹ ਜਿਹੜੇ 6ਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਤੇ ਜਥੇਦਾਰੀ ਬਣਾਈ ਸੀ ਉਦੋਂ ਇੱਕ ਜਥੇਦਾਰ ਇਹ ਸੀ। ਖੈਰ ਲੰਮੀ ਗੱਲ ਹੋ ਜਾਏਗੀ। ਭਾਈ ਗੌਤਮ ਦੇ 3 ਬੱਚੇ ਨੇ, ਭਾਈ ਪੈੜਾ ਜੀ, ਭਾਈ ਪਰਾਗਾ ਜੀ ਤੇ ਸਾਰਸੁਤੀ। ਇਹ ਜਿਹੜੀ ਸਾਰਸੁਤੀ ਹੈ ਇਹ ਭਾਈ ਆੜੂ ਨੂੰ ਵਿਆਹੀ ਹੋਈ ਹੈ। ਮਾਂ ਹੈ ਕਿਰਪਾ ਰਾਮ ਦੀ, ਸਾਰਸੁਤੀ ਮਾਂ ਹੈ ਉਹਦੀ। ਇਹ ਮਾਂ ਵੱਲੋਂ ਵੀ ਪਰਿਵਾਰ ਜੁੜਿਆ ਹੋਇਆ, ਪਿਓ ਵੱਲੋਂ ਵੀ ਪਰਿਵਾਰ ਜੁੜਿਆ ਹੋਇਆ। ਉਹ ਕਿਰਪਾ ਰਾਮ ਦੇ ਕੋਲ ਆਏ, ਕਹਿਣ ਲੱਗੇ ਵੀ ਸੱਜਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਲੈ ਕੇ ਜਾਣਾ। ਕਿਰਪਾ ਰਾਮ ਫਿਰ ਗੁਰੂ ਚਰਨਾਂ ਦੇ ਵਿੱਚ ਆਇਆ। ਦੁਖੀਏ ਵਿਪਰ ਚੱਲ ਕੇ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਚੰਦ। ਸਤਿਗੁਰੂ ਸਾਡੀ ਬਾਂਹ ਪਕੜੋ। ਸਤਿਗੁਰਾਂ ਨੇ ਭਰੇ ਦਰਬਾਰ ਵਿੱਚ ਉਦੋਂ ਵਿਚਾਰ ਕੀਤੀ। ਅਸੀਂ ਇਹ ਵੀ ਗੱਲ ਕਈ ਵਾਰੀ ਕਹਿ ਦਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਬਾਹਰੋਂ ਆਏ, ਉਹ ਸਾਡੇ ਬੱਚਿਆਂ ਵਰਗੇ ਬੱਚੇ ਨਾ ਸਮਝਿਆ ਕਰੀਏ। ਗੁਰੂ ਗੋਬਿੰਦ ਸਿੰਘ ਵੀ ਦਰਬਾਰ 'ਚ ਬੈਠੇ ਹੋਣਗੇ। ਜਦੋਂ ਦਰਬਾਰ ਲੱਗਿਆ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਬਾਹਰ ਕਿਵੇਂ ਖੇਡਦੇ ਹੋਣਗੇ? ਦਰਬਾਰ 'ਚ ਬੈਠੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਭਰੇ ਦਰਬਾਰ 'ਚ ਸਾਰੀ ਵਿਚਾਰ ਚਰਚਾ ਹੋਈ। ਵਿਚਾਰ ਚਰਚਾ ਕਰਨ ਤੋਂ ਬਾਅਦ ਵਿੱਚ ਫੈਸਲਾ ਹੋਇਆ ਭਈ ਹਾਂ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ। ਮਨ ਲੋਚੈ ਗੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਬਾਂਹ ਜਿਨ੍ਹਾਂ ਦੀ ਪਕੜੀ ਹੈ, ਸਿਰ ਜੀਜੈ ਬਾਂਹ ਨਾ ਛੋੜੀ ਹੈ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਏ ਧਰਮ ਨਾ ਛੋੜੀਏ। तो गुरु तेग बहादुर साहब जी ने इस तो अगे तैयारी करके शहादत वाला पक्ष है जिहड़ा वो अज नहीं आपां साझा करना। गुरु तेग बहादुर साहब जी दा प्रकाश 400 साला साडी कौम के सामने अज बड़ियां गल्लां लेके आया। बड़े अनोखे शहीद ने, हर धर्म कोल शहीद है पर वो अपने धर्म लई शहीद होया होया। एक गुरु तेग बहादुर साहब, भाई मती दास, सती दास ते भाई दयाला जी वो शहीद ने जेड़े मानवता के अधिकारां लई, जेड़े मनुखता के अधिकारां लई, जेड़े धर्म की आज़ादी लई, जेड़ी मनुखता की आज़ादी लई अपना आप उन्होंने कुर्बान किया सी। ते वो शहीदी सानू ये सिखाती है। सिखा तू कला इसे गलों ही नहीं, तू इस गलों भी अमीर है, तू अपने शहीद भी उदारे दिते हुए ने दूजिया के धर्म बचाने वास्ते। आनंदपुर साहिब दे विच मते जिहड़े पास हुंदे ने वो किसी के धर्म नूं बचाउण दे हुंदे ने। आनंदपुर साहिब कदे वो मते नहीं पास करता भी किसी का धर्म उजाड़ना किवें। आओ प्यार वालिओ, समय ने पंध मुका लिया, इत्थे समाप्ति करिए। गुरमुख प्यारे भाई राज सिंह जी, धन गुरु रामदास जी के चरणों के सेवक, उन्होंने अगलेरा टाइम तुहानूं प्रबंधक भी जाणू करवाउणगे। मेरे वालों होईयां बेअंत प्रकार दीआं भुलां नूं खिमा बख्शिश करनी, गुरु चरणों में अरदास करना, सहबगां वास्ते समर्थ प्रदान करना। गुरु ग्रंथ साहिब जी का समुची संगत का, प्रबंधक वीरां का बहुत बहुत धन्यवाद सारियां दा। सारे गुरु करदे वजीर साहबाना जी का धन्यवाद। फिर कदे समा बनिया तो हाज़री भरांगा मैं तुहाडे नाल। हालांकि तुहानूं ये कथा सुननी औखी लगती होएगी पर ये अंकड़े जिहड़े मैं तुहाडे सामने तां रखदा भी अपना इतिहास बहुत अमीर है। इस अमीरी नाल जुड़िए, फिर सानूं पता लगेगा गुरु तेग बहादुर साहब दीआं कीतियां हुई कुर्बानियां ते उन्हां दे परोपकारां दा। भुलां दी खिमा, प्यार सत्कार नाल आखो जी वाहिगुरू जी का खालसा वाहिगुरू जी की
ਫਤਿਹ।